ਅੱਜ ਦੇ ਆਪਣੇ ਕਰੰਟ ਅਫੇਅਰ 7 ਸਤੰਬਰ 2021 ਦੇ ਸਭ ਤੋਂ ਪਹਿਲਾਂ ਇੱਕ ਸਰਕਾਰ ਦਾ ਐਕਟ ਹੈ, ਇੱਕ ਸਰਕਾਰ ਦਾ ਨਿਯਮ ਹੈ ਕਿਹੜਾ ਤੁਹਾਡਾ ਜਿਹਨੂੰ ਪੌਕਸੋ ਐਕਟ ਕਹਿੰਦੇ ਆ। ਠੀਕ ਹੈ, ਇਹ ਤੁਹਾਡੇ ਜਿਹੜੇ ਬੱਚੇ ਹੈ ਨਾ, ਬੱਚਿਆਂ ਲਈ ਇਹ ਉਹਨਾਂ ਦੀ ਸੁਰੱਖਿਆ ਲਈ ਐਕਟ ਬਣਾਇਆ ਗਿਆ। ਦੇਖੋ ਆਪਣੇ ਇੱਕ ਨਾ ਬਹੁਤ ਵੱਡਾ ਸਾਰੀ ਦੁਨੀਆ ਵਿੱਚ ਇਹ ਕ੍ਰਾਈਮ ਐਗਜ਼ਿਸਟ ਕਰਦਾ ਤੇ ਬਹੁਤ ਹੀ ਘਟੀਆ ਕ੍ਰਾਈਮ ਹੈ ਕਿ ਜਿਹੜੀ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ, ਜਿਵੇਂ ਰੇਪ ਹੋ ਸਕਦਾ, ਕੁਝ ਵੀ ਹੋ ਸਕਦਾ, ਉਹ ਛੋਟੇ ਛੋਟੇ ਬੱਚਿਆਂ ਦਾ ਵੀ ਹੋ ਜਾਂਦਾ। ਤਾਂ ਜਿੰਨੇ ਵੀ ਆਪਣੇ ਇੱਥੇ 18 ਸਾਲ ਤੋਂ ਘੱਟ ਉਮਰ ਦੇ ਲੋਕ ਹੈ, ਜਿਹੜੇ ਬੱਚੇ ਆ 18 ਸਾਲ ਤੋਂ ਘੱਟ ਦੇ, ਉਹ ਸਾਰਿਆਂ ਦੀ ਸੁਰੱਖਿਆ ਲਈ ਇਹ ਐਕਟ ਬਣਾਇਆ ਗਿਆ। ਤੇ ਇਹ ਨਾ ਇੱਕ ਨਿਊਟਰਲ ਐਕਟ ਹੈ। ਨਿਊਟਰਲ ਐਕਟ ਦਾ ਕੀ ਮਤਲਬ ਆ, ਆਪਾਂ ਵੈਸੇ ਜਿੰਨੇ ਵੀ ਆਪਾਂ ਐਡਲਟਸ ਲਈ ਆਪਾਂ ਜਿੰਨੇ ਵੀ ਕਾਨੂੰਨ ਬਣਾਉਂਦੇ ਆ, ਉੱਥੇ ਆਪਾਂ ਰੇਪ ਜਾਂ ਜਿੰਨੇ ਵੀ ਕੋਈ ਵੀ ਸਜ਼ਾਵਾਂ ਜਾਂ ਕੁਝ ਵੀ ਬਣਾਇਆ ਉਹ ਫੀਮੇਲ ਸਾਈਡ ਤੇ ਫੋਕਸ ਹੈ ਕਿ ਮਹਿਲਾਵਾਂ ਲਈ ਆਪਾਂ ਜ਼ਿਆਦਾ ਫੋਕਸ ਕੀਤਾ ਹੋਇਆ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਬੱਚਿਆਂ ਲਈ, ਆਪਾਂ ਬੱਚਿਆਂ 'ਚ ਦੇਖੋ ਕੇਸਿਸ ਸਟੱਡੀ ਕੀਤੇ ਆਪਣੀ ਸਰਕਾਰ ਨੇ, ਤਾਂ ਪਾਇਆ ਕਿ ਜਿੰਨੀ ਬੱਚੀਆਂ ਦੇ ਰੇਪ ਕੇਸ ਦੇ ਆਉਂਦੇ ਆ, ਉਨੇ ਹੀ ਜਿਹੜੇ ਮੁੰਡੇ ਆ ਤੁਹਾਡੇ ਛੋਟੀ ਉਮਰ ਦੇ, ਉਹਨਾਂ ਦੇ ਵੀ ਰੇਪ ਦੇ ਕੇਸਿਸ ਬਹੁਤ ਜ਼ਿਆਦਾ ਆਉਂਦੇ ਆ। ਤਾਂ ਜਦੋਂ ਇਹ ਐਕਟ ਬਣਾਇਆ ਗਿਆ, ਇਹਦੇ ਅੰਦਰ ਇਸੇ ਚੀਜ਼ ਨੂੰ ਧਿਆਨ ਰੱਖਦੇ ਹੋਏ ਨਾ ਇਹਨੂੰ ਨਿਊਟਰਲ ਬਣਾਇਆ ਗਿਆ, ਯਾਨੀ ਕਿ ਇਹ ਮੁੰਡਿਆਂ ਲਈ ਵੀ ਹੈ ਤੇ ਕੁੜੀਆਂ ਲਈ ਵੀ ਹੈ। ਜਿਹੜੇ ਵੀ 18 ਸਾਲ ਤੋਂ ਘੱਟ ਹੈ, ਮੁੰਡੇ ਚਾਹੇ ਕੁੜੀ, ਸਾਰਿਆਂ ਦੀ ਸੁਰੱਖਿਆ ਲਈ ਆ ਐਕਟ ਬਣਾਇਆ ਗਿਆ। ਤੇ ਕੋਈ ਵੀ ਬੱਚਿਆਂ ਨਾਲ ਕਿਸੇ ਵੀ ਤਰੀਕੇ ਦੀ ਇਦਾਂ ਦੀ ਕੋਈ ਵੀ ਛੇੜਖਾਨੀ ਕਰੂਗਾ, ਠੀਕ ਹੈ, ਤਾਂ ਉਹਨਾਂ ਨੂੰ ਇਸ ਦੇ ਅੰਦਰ ਸਜ਼ਾ ਸੁਣਾਈ ਜਾ ਸਕਦੀ ਹੈ। ਇਹਦੇ ਅੰਦਰ ਹੁੰਦਾ ਕੀ ਹੈ, ਦੇਖੋ ਹੁਣ ਇਹਦੇ ਅੰਦਰ ਬੱਚਿਆਂ ਲਈ ਨਾ ਬਹੁਤ ਸਾਰੇ ਪ੍ਰੋਵੀਜ਼ਨ ਹੋਰ ਚੀਜ਼ਾਂ ਵੀ ਕ੍ਰੀਏਟ ਕੀਤੀਆਂ ਗਈਆਂ, ਜਿਵੇਂ ਆਪਣੇ ਇਸੇ ਚੀਜ਼ ਲਈ ਨਾ ਸਪੈਸ਼ਲ ਕੋਰਟ ਵੀ ਬਣਾਏ ਗਏ ਆ। ਤੁਹਾਡੇ ਅੱਡ ਤੋਂ ਕੋਰਟ ਵੀ ਇਹਦੇ ਲਈ ਬਣਾਏ ਗਏ ਆ। ਕੋਰਟ ਕਿਉਂ ਬਣਾਏ ਗਏ ਆ ਅੱਡ ਤੋਂ? ਦੇਖੋ ਇੱਕ ਕੋਈ ਵੀ ਬੱਚਾ ਹੋਊਗਾ, ਜਦੋਂ ਜਿਹੜਾ ਆਪਣਾ ਜੁਡੀਸ਼ਰੀ ਆਪਣੇ ਕੋਰਟ ਦਾ ਪੂਰਾ ਪ੍ਰੋਸੈਸ ਹੈ, ਉਹਦੇ ਅੰਦਰ ਆ ਕੇ ਗਵਾਹੀ ਦੇਣਾ, ਸਭ ਕੁਝ ਬੋਲਣਾ ਇੱਕ ਬੱਚੇ ਲਈ ਸ਼ਾਇਦ ਕੰਫਰਟੇਬਲ ਨਾ ਹੋਵੇ। ਤਾਂ ਉਹਦੇ ਲਈ ਇੱਕ ਕੰਫਰਟੇਬਲ, ਇੱਕ ਸੁਰੱਖਿਅਤ ਮਾਹੌਲ ਬਣਾਉਣਾ ਜ਼ਰੂਰੀ ਹੈ ਕਿ ਉਹ ਆਪਣੀ ਸਾਰੀ ਚੀਜ਼ਾਂ ਬਿਆਨ ਕਰ ਸਕੇ ਕਿ ਉਹਦੇ ਨਾਲ ਕੁਝ ਹੋਇਆ ਤਾਂ ਕੀ ਹੋਇਆ। ਤਾਂ ਹੁੰਦਾ ਕੀ ਹੈ ਕਿ ਲੈਟਸ ਸਪੋਜ਼ ਕੋਈ ਬਹੁਤ ਹੀ ਛੋਟਾ ਬੱਚਾ ਹੈ, ਉਹ ਨਹੀਂ ਆ ਸਕਦਾ ਕੋਰਟ, ਜਾਂ ਇਦਾਂ ਦੀ ਚੀਜ਼ਾਂ ਵਾਰ-ਵਾਰ ਬੋਲ ਕੇ ਅਗਲੇ ਨੂੰ ਵੀ ਘਬਰਾਹਟ ਹੁੰਦੀ ਹੈ, ਪੂਰੀ ਜ਼ਿੰਦਗੀ ਲਈ ਇੱਕ ਟਰਾਮਾ, ਥੋੜਾ ਸਦਮਾ ਪਹੁੰਚ ਸਕਦਾ ਤੁਹਾਨੂੰ। ਇਸ ਕਾਰਨ ਆਪਾਂ ਕੋਸ਼ਿਸ਼ ਕੀ ਕਰਦੇ ਹਾਂ ਕਿ ਬੱਚਿਆਂ ਨੂੰ ਹਮੇਸ਼ਾ ਇਹ ਸਾਰੀ ਚੀਜ਼ਾਂ ਤੋਂ ਦੂਰ ਰੱਖੀਏ। ਤਾਂ ਉਹਨਾਂ ਲਈ ਜੇ ਉਹ ਕੋਰਟ ਨਹੀਂ ਆ ਸਕਦੇ, ਤਾਂ ਖਾਸ ਕਰਕੇ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਥਰੂ ਕਿਸੇ ਕਾਉਂਸਲਰ ਕੋਲ ਬਿਠਾ ਕੇ, ਜਿਹੜਾ ਕਾਉਂਸਲਰ ਜਿਹੜਾ ਪੂਰਾ ਸਾਈਕੋਲੋਜਿਸਟ ਹੋਊਗਾ, ਜਿਹੜਾ ਆਰਾਮ ਨਾਲ ਬੱਚੇ ਨਾਲ ਗੱਲ ਕਰ ਸਕੇ ਤੇ ਬੱਚਾ ਉਹਨੂੰ ਬਿਆਨ ਕਰਦਾ ਜਾਊਗਾ, ਉਸ ਚੀਜ਼ ਨੂੰ ਵੀ ਬੱਚੇ ਦੀ ਉਸ ਚੀਜ਼ ਮਤਲਬ ਬਿਆਨ ਦੇ ਤੌਰ ਤੇ ਲਿੱਤਾ ਜਾਂਦਾ। ਠੀਕ ਹੈ, ਇਸ ਐਕਟ ਦੇ ਥਰੂ ਆਪਾਂ ਇਸ ਕਾਰਨ ਜਿੰਨੇ ਹਾਰਡ ਰੂਲ ਤੁਹਾਡੇ ਹੈਗੇ ਆ ਨਾ, ਮਤਲਬ ਜਿਵੇਂ ਕੋਰਟ 'ਚ ਆਹ ਪੇਸ਼ ਹੋਣਾ ਉਹ ਥੋੜੇ ਰਿਲੈਕਸ ਕੀਤੇ ਗਏ ਆ। ਬੱਚਿਆਂ ਨੂੰ ਕਿਸ ਤਰੀਕੇ ਦੀ ਤਕਲੀਫ ਨਾ ਆਵੇ ਇਹਦੇ ਉੱਤੇ ਇਨਸ਼ੋਰ ਕੀਤਾ ਗਿਆ। ਠੀਕ ਹੈ, ਤੇ ਇਹ ਸਭ ਕੁਝ ਇਸ ਤਰੀਕੇ ਨਾਲ ਪੂਰਾ ਦਾ ਪੂਰਾ ਐਕਟ ਐਗਜ਼ਿਸਟ ਕਰਦਾ। ਹੁਣ ਜਿਹੜਾ ਦੂਜਾ ਤੁਹਾਡਾ ਕਰੰਟ ਅਫੇਅਰ ਅੱਜ ਆਇਆ ਹੋਇਆ, ਉਹ ਤਿੰਨ ਤੁਹਾਡੀਆਂ ਆਰਗੇਨਾਈਜੇਸ਼ਨ ਬਾਰੇ ਆਇਆ ਹੋਇਆ। ਇੱਕ ਹੈਗਾ ਬ੍ਰਿਕਸ, ਇੱਕ ਹੈਗਾ SCO ਤੇ ਤੀਜਾ ਹੈਗਾ ਕੁਆਡ। ਆ ਹੁਣ ਤਿੰਨ ਆਰਗੇਨਾਈਜੇਸ਼ਨਸ ਕੀ ਹੈ? ਸਭ ਤੋਂ ਪਹਿਲਾਂ ਬ੍ਰਿਕਸ। ਦੇਖੋ ਬ੍ਰਿਕਸ ਬਣਿਆ 5 ਅੱਖਰਾਂ ਦਾ, ਇੰਗਲਿਸ਼ ਵਿੱਚ ਇਹਦਾ ਸੈਂਸ ਬਣਦਾ, ਤਾਂ ਹੀ ਇੰਗਲਿਸ਼ ਵੀ ਆਪਾਂ ਨਾਲ ਲਿਖ ਦਈਏ। ਇਹ ਤੁਹਾਡੇ 5 ਦੇਸ਼ਾਂ ਦਾ ਸਮੂਹ ਹੈ। ਕਿਹੜੇ 5 ਦੇਸ਼? ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ। ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ। ਠੀਕ ਹੈ, ਇਹ ਸਾਰੇ ਦੇਸ਼ਾਂ ਦਾ ਇੱਕ ਜੋ ਸਮੂਹ ਬਣਿਆ ਉਹ ਇਹ ਹੈ। ਤਾਂ ਉਹ ਸਾਰੇ ਮਿਲ ਕੇ ਬ੍ਰਿਕਸ ਦੇਸ਼ ਬਣਦੇ ਆ। ਦੇਖੋ ਇਹ ਬ੍ਰਿਕਸ ਦੇਸ਼ਾਂ ਦਾ ਆਪਸ 'ਚ ਇਹਨਾਂ ਨੇ ਸਮੂਹ ਬਣਾਇਆ ਕਿਉਂ? ਇਹ ਤੁਸੀਂ 5 ਦੇਸ਼ ਦੇਖੋਗੇ, ਇਹ 5 ਦੇਸ਼ ਤੁਹਾਡੇ ਉੱਭਰਦੀਆਂ ਹੋਈਆਂ ਅਰਥ ਵਿਵਸਥਾਵਾਂ ਸਾਰੀਆਂ। ਇਹਦੇ ਅੰਦਰ ਆਪਾਂ ਜਿੰਨੀਆਂ ਵੀ ਇਕੋਨਮੀਜ਼ ਹੈ, ਮਤਲਬ ਸਾਰੀਆਂ ਇਹ ਡਿਵੈਲਪਿੰਗ ਦੇਸ਼ ਇਹਨਾਂ ਨੂੰ ਆਪਾਂ ਕਹਿੰਦੇ ਆ। ਹਜੇ ਆਪਾਂ ਉੱਭਰ ਰਹੇ ਹਾਂ, ਹਜੇ ਆਪਣੀ ਇਕੋਨਮੀ ਗਰੋ ਕਰ ਰਹੀ ਹੈ, ਆਰਥਿਕ ਪੂਰੀ ਹਾਲਾਤ ਆਪਣੇ ਬਿਹਤਰ ਹੋ ਰਹੇ ਆ। ਤਾਂ ਆਪਾਂ ਨੂੰ ਇਹ ਲੱਗਦਾ ਕਿ ਦੇਖੋ ਜਿਹੜੇ ਆਹ ਵਿਕਸਿਤ ਦੇਸ਼ ਹੈ, ਜਿਵੇਂ ਅਮਰੀਕਾ ਹੋ ਗਿਆ ਜਾਂ ਫਰਾਂਸ, ਜਰਮਨੀ, ਆ ਜਿਹੜੇ ਦੇਸ਼ ਹੈ, ਇਹਨਾਂ ਦੇ ਖਿਲਾਫ ਆਪਾਂ ਇੱਕ ਆਵਾਜ਼ ਇਕੱਠੇ ਬਣੀਏ ਦੁਨੀਆ ਵਿੱਚ, ਤੇ ਇੱਕ ਦੂਜੇ ਦਾ ਸਾਥ ਦਈਏ ਅੱਗੇ ਤਰੱਕੀ ਆਉਣ 'ਚ। ਤਾਂ ਕਿ ਆਪਾਂ ਜੇ ਸਾਰੇ ਅੱਗੇ ਆਵਾਂਗੇ, ਇਕੱਠੇ ਮਿਲ ਕੇ ਆਵਾਂਗੇ, ਤਾਂ ਆਪਸ 'ਚ
सारे दे सारे मतलब एक तरीके नाल ज़्यादातर कंट्रीज जिहड़ियां हैगियां इत्थे आबादी भी सब तो ज़्यादा, तो ज़्यादातर दुनिया की आबादी का भी भला होगा, तो इस तरीके नाल अपनी पूरे इंसानियत की भी तरक्की होगी। तो इनू ओरिजिनली सोचा 2001 विच गया सी, करदे करांदे इनू हौली हौली बनाया गया। दुनिया दी दुनिया का लगभग 23.2% उत्पाद, यानी कि पूरी दुनिया की इकोनॉमी का 23.2% जिहड़ा हैगा 23.2% वो ये देशों में हुंदा है। तो ये सारे के सारे सब तो वड्डे देश भी यही है, सब तो आबादी वाले देश भी यही है, सब कुछ इत्थों की यही सारी चीज़ है। दूजा जिहड़ी अपनी ऑर्गेनाइजेशन आई हुई है वो हैगा थोड़ा शंघाई सहयोग संगठन, जिन्हों आप SCO कहते हैं शॉर्ट विच, ठीक है। आ जी SCO है शंघाई सहयोग संगठन जिहड़ा हैगा SCO जिन्हों कहने हैं। शंघाई थोड़े ना चीन का एक शहर है, ये बनया सी सब तो पहला ना 1996 विच एग्जिस्टेंस च आया सी 5 देशों नाल। उदों इनू स्टार्टिंग विच शंघाई 5 बोलिया जाता सी। 5 देश सीगे 1996 विच। 5 देश किहड़े सीगे थोड़ा इत्थे लिखे हुए नाम एक मिनट, हाँ, चीन, थोड़ा कजाकिस्तान, किर्गिस्तान, रूस, तजिकिस्तान। आ जिहड़ा उज़बेकिस्तान है 6वां देश है। जिहड़ा पहला ये 5 देश इकट्ठे हुए सी, जिहड़े 5 देश सीगे चीन, कजाकिस्तान, किर्गिस्तान, रूस ते तजिकिस्तान, ये 5 मिलके संयुक्त कहता शंघाई 5 बनते सी, ठीक है। उदों बाद जो इन्हां नाल 6वां देश ऐड होया, इन्हां ने 2001 विच इहनूं बनाना शुरू कीता सी, ते 6वें देश नूं ऐड करके इन्हां ने शंघाई सहयोग संगठन थोड़ा क्रिएट किया, शंघाई कोऑपरेशन ऑर्गेनाइजेशन क्रिएट की, SCO जिन्हों आप शॉर्ट कहते हैं। ये उदों बाद की है जिहड़ा थोड़ा 2017 विच ना थोड़े भारत ते पाकिस्तान भी इहदा हिस्सा बने हैं। तो हुण टोटल करके देखो, पहला 5 सी, फिर 6 हो गए, उस बाद भारत ते पाकिस्तान भी जुड़ गए, हुण टोटल 8 मैंबर है। ये 8 मैंबर नूं तुसीं देखोगे सारे दे सारे एशिया दे, सारे दे सारे ज़्यादातर एशिया दे है, बस रूस का थोड़ा जिहा हिस्सा थोड़े यूरोप विच पैंदा है, बाकी सारे दे सारे देश एशिया दे है। तो आप ये सारा संगठन बनाया क्यों है? इसलिए संगठन बनाया गया ताकि आप सारे मिलके इकट्ठे तरक्की की गल कर सकीए। ते आपस देखो अपने एशिया की जिहड़ियां देश है ना, इत्थे टैररिज्म की भी बहुत प्रॉब्लम है, आतंकवाद की भी बहुत प्रॉब्लम है। वो आतंकवाद की पूरी प्रॉब्लम खत्म की जा सके, तो इस तरीके नाल इन्हूं मतलब पूरा बनाया गया सी, यही सोचना, ठीक है। पर हजे तक कोई मेजर कोई एग्रीमेंट अज तक होया नहीं है, हजे सिर्फ गलबात करने का ही जरिया है। अगला हैगा क्वाड्रिलेटरल सुरक्षा संवाद। देखो क्वाड्रिलेटरल नूं आपां पहलां भी कई बारी पढ़िया, 4 देश जिहड़े थोड़े हैगे आ, अमरीका, जापान, आस्ट्रेलिया ते भारत, ये 4 देश थोड़े, क्योंकि एक तो थोड़े दुनिया में जिहड़ा चीन वध रहा है, चीन की इकोनॉमी वध रही है, चीन जिहड़ा आस पास होर देशों नूं तंग भी कर रहा है। चीन नूं मुद्दे नज़र रखते हुए सारे दे सारे देश इकट्ठे आ रहे हैं, ते अपनी कोशिश ये है कि किस तरीके नाल चीन नूं कंट्रोल किया जा सके, ठीक है। और जिन्ना फैलाव अपना वधा रहे उन्होंने किस तरीके नाल एक घेरे विच लियाया जा सके। ते दूजी गल है कि आप सारे दे सारे जिहड़े आ 4 देश है, ये 4 दे 4 देश थोड़े डेमोक्रेसी है, ये सारे सारे गणतंत्र है। तो इसे कारण आपां नूं होर भी ज़्यादा जरूरत है, जिहड़ा चीन वाला सिस्टम है उन्होंने दूर रखते हुए आप सारे दे सारे इस तरीके नाल काम करिए कि अपने इत्थे डेमोक्रेसी बची रहे, तो चीन का असर ना हो, क्योंकि चीन जिथे भी काम करता है, चीन की सीधी गल है कि धक्का ही हुंदा है, उत्थे किते भी थोड़ी लोगों को शामिल करने वाली गल नहीं है, लोगों को पुछण वाली गल नहीं, चाहे सरकार बनाने च ही होवे, चलो बाकी फैसले तो आपां नूं भी पुछया नहीं जाता, पर सरकार बनाने की गल तो घट्टो घट्ट पुछया जाता। पर चीन जिथे हैगा, चीन इस तरीके की सरकार चाहता है जिथे सारा काम इको सेंटर अथॉरिटी नाल हो जाए, लोगों को किते शामिल करने की लोड़ ना। अगला जिहड़ा थोड़ा करंट अफेयर है, एक थोड़ी मझ बारे है, मांडा मझ जिन्हों कहते हैं, मांडा बफलो। ये थोड़े उड़ीसा जिहड़ी थोड़ी स्टेट है ना, ये उत्थे पाई जाती है। अज मांडा बफलो थोड़े करंट अफेयर क्यों है?
ਮਾਂਡਾ ਇੱਕ ਇਦਾਂ ਦੀ ਬਫਲੋ ਜਾਂ ਮੱਝ ਨੂੰ ਆਪਾਂ ਆਇਡੈਂਟੀਫਾਈ ਕੀਤਾ, ਇਹਨੂੰ ਆਪਾਂ ਇਸ ਤਰੀਕੇ ਨਾਲ ਮਾਰਕ ਕੀਤਾ ਕਿਉਂਕਿ ਮਾਂਡਾ ਨੂੰ ਨਾ ਬਿਮਾਰੀਆਂ ਬਹੁਤ ਘੱਟ ਲੱਗਦੀਆਂ, ਜਿਹੜੀਆਂ ਵੀ ਇਹ ਬਿਮਾਰੀਆਂ ਤੋਂ ਬਹੁਤ ਬਚੀ ਰਹਿੰਦੀ ਹੈ। ਜਦ ਬਿਮਾਰੀਆਂ ਤੋਂ ਬਚੀ ਰਹੂਗੀ, ਇੱਕ ਤਾਂ ਜ਼ਿਆਦਾ ਦਿਨ ਜੇ ਫਿਰ ਤੁਹਾਡੇ ਕੰਮ ਵੀ ਜ਼ਿਆਦਾ ਹੋ ਸਕਦਾ ਇਹਦੇ ਨਾਲ, ਠੀਕ ਹੈ, ਪ੍ਰੋਡਕਸ਼ਨ ਵੀ ਵਧੂਗੀ, ਠੀਕ ਹੈ, ਚਾਹੇ ਦੁੱਧ ਦੀ ਹੋਵੇ ਚਾਹੇ ਵੈਸੇ ਵੀ, ਤਾਂ ਇੱਕ ਤਾਂ ਤੁਹਾਡੀ ਪ੍ਰੋਡਕਸ਼ਨ ਵੀ ਵਧੂਗੀ, ਦੂਜਾ ਤੁਹਾਡੇ ਜਿਹੜੇ ਕਿਸਾਨਾਂ ਦੇ ਡਾਕਟਰ ਤੇ ਖਰਚਾ ਕਰਨਾ ਪੈਂਦਾ ਹੈ ਉਹ ਲੋਕਾਂ ਨੂੰ ਖਰਚਾ ਨਹੀਂ ਕਰਨਾ ਪਊਗਾ, ਮਤਲਬ ਕਿਸਾਨਾਂ ਦਾ ਉੱਥੇ ਪੈਸਾ ਵੀ ਬਚੂਗਾ। ਤਾਂ ਇਹ ਭਾਰਤ ਦੀ ਆਪਣੀ ਇੱਕ ਬਰੀਡ ਹੈ, ਆਪਣੀ ਖੁਦ ਦੀ, ਮਤਲਬ ਭਾਰਤ ਦੀ ਅੰਦਰ ਦੀ ਹੀ ਮੱਝ ਹੈ, ਆਪਾਂ ਇਹ ਬਾਹਰੋਂ ਦੀ ਨਹੀਂ ਮੰਗਾਈ ਹੋਈ। ਤਾਂ ਇਸ ਕਾਰਨ ਆਪਾਂ ਹੁਣ ਕੋਸ਼ਿਸ਼ ਕੀ ਕਰ ਰਹੀ ਹੈ ਆਪਣੀ ਸਰਕਾਰ, ਆਪਾਂ ਇਦਾਂ ਦੀਆਂ ਮੱਝਾਂ ਨੂੰ, ਗਾਵਾਂ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਆਪਣੀ ਖੇਤੀ ਨੂੰ ਤੇ ਆਪਣੇ ਕਿਸਾਨਾਂ ਦੀ ਓਵਰਆਲ ਜਿਹੜੀ ਕਮਾਈ ਹੈ ਉਹਨੂੰ ਵਧਾ ਸਕੇ, ਕਿਉਂਕਿ ਇਦਾਂ ਦੀ ਆਪਾਂ ਜੇ ਮੱਝਾਂ ਰੱਖਾਂਗੇ ਤਾਂ ਕਮਾਈ ਦਾ ਜ਼ਰੀਆ ਵੀ ਵਧੂਗਾ, ਠੀਕ ਹੈ, ਕਿਉਂਕਿ ਬਿਮਾਰੀਆਂ ਦਾ ਖਰਚਾ ਨਹੀਂ। ਹੁਣ ਜਿਵੇਂ ਆਪਾਂ ਜਿਹੜੀਆਂ ਬਾਹਰੋਂ ਮੰਗਾਉਂਦੇ ਆ ਉਹਨਾਂ ਲਈ ਫਿਰ ਅੱਡ ਸ਼ੈਲਟਰ ਲਾਣੇ ਪੈਂਦੇ ਆ, ਪੱਖੇ ਲਾਣੇ ਪੈਂਦੇ ਆ, ਇਹ ਸਾਰੀਆਂ ਚੀਜ਼ਾਂ ਨਹੀਂ ਲਾਣੀਆਂ ਪੈਣਗੀਆਂ। ਤਾਂ ਇਸ ਕਾਰਨ ਇਦਾਂ ਦੀਆਂ ਮੱਝਾਂ ਨੂੰ ਤੇ ਇਦਾਂ ਦੀਆਂ ਗਾਵਾਂ, ਹੋਰ ਵੀ ਮਤਲਬ ਗਾਵਾਂ ਵੀ ਜਿਵੇਂ, ਉਹਨਾਂ ਨੂੰ ਜਿਹੜੀਆਂ ਆਪਣੇ ਭਾਰਤ ਦੀਆਂ ਆਪਣੀਆਂ, ਉਹਨਾਂ ਨੂੰ ਆਪਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਹੋਰ ਸੁਧਾਰਨ ਦੀ, ਉਹਨਾਂ ਦੀ ਆਪਾਂ ਬਰੀਡ ਸੁਧਾਰੀਏ ਤਾਂ ਉਹਦੇ ਨਾਲ ਆਪਣੀ ਤਰੱਕੀ ਹੋਊਗੀ। ਆਪਾਂ ਉਸ ਤਰੀਕੇ ਵੱਲ, ਉਸ ਚੀਜ਼ ਵੱਲ ਕੰਮ ਕਰ ਰਹੇ ਹਾਂ, ਠੀਕ ਹੈ। ਲਾਸਟ ਜਿਹੜਾ ਹੈਗਾ ਸ਼੍ਰੀਲੰਕਾ ਵਿੱਚ ਤੁਹਾਡਾ ਭੋਜਨ ਆਪਾਤਕਾਲੀਨ, ਬੇਸਿਕਲੀ ਹੋ ਕੀ ਰਿਹਾ ਤੁਹਾਡੇ ਸ਼੍ਰੀਲੰਕਾ ਵਿੱਚ, ਐਮਰਜੈਂਸੀ ਲੱਗੀ ਹੋਈ, ਆਪਾਤਕਾਲੀਨ ਸਥਿਤੀ ਬਣੀ ਹੋਈ ਹੈ। ਸ਼੍ਰੀਲੰਕਾ ਦੇਸ਼ ਜਿਹੜਾ ਹੈਗਾ ਆਪਣਾ, ਦੇਖੋ ਸ਼੍ਰੀਲੰਕਾ ਦੀ ਕੀ ਪ੍ਰੋਬਲਮ ਆ ਰਹੀ ਹੈ। ਸ਼੍ਰੀਲੰਕਾ ਜਿਹੜਾ ਦੇਸ਼ ਹੈ ਨਾ, ਉਹ ਨਾ ਆਈਲੈਂਡ ਦੇਸ਼ ਹੈ, ਇੱਕ ਟਾਪੂ ਤੇ ਹੈ। ਹੁਣ ਇਹ ਜਿਹੜੇ ਟਾਪੂ ਤੇ ਪੂਰਾ ਦੇਸ਼ ਬਣਿਆ ਹੋਇਆ, ਇੱਥੇ ਦਿੱਕਤ ਕਿੱਥੇ ਆਉਂਦੀ ਹੈ, ਦੇਖੋ ਇਹ ਹਰ ਚੀਜ਼ ਨਾ, ਇਹਨਾਂ ਨੂੰ ਇੰਨੀਆਂ ਚੀਜ਼ਾਂ ਸ਼੍ਰੀਲੰਕਾ 'ਚ ਮਿਲਦੀਆਂ ਨਹੀਂ। ਤਾਂ ਜਿਵੇਂ ਤੇਲ ਹੋ ਗਿਆ ਤੁਹਾਡਾ, ਠੀਕ ਹੈ, ਜਿੰਨੇ ਫਿਊਲ ਹੋ ਗਏ, ਚਾਹੇ ਤੁਹਾਡਾ ਖਾਣਾ ਹੋ ਗਿਆ, ਇਹ ਸਭ ਕੁਝ ਬਾਹਰੋਂ ਦੀ ਮੰਗਾਉਣਾ ਪੈਂਦਾ, ਠੀਕ ਹੈ, ਹਰ ਚੀਜ਼ ਤੁਹਾਡੀ ਇਸ ਦੇਸ਼ ਨੂੰ ਬਾਹਰੋਂ ਮੰਗਾਉਣਾ ਪੈਂਦਾ। ਤਾਂ ਇਸ ਦੇਸ਼, ਕੋਈ ਵੀ ਚੀਜ਼ ਹੁਣ ਕਿਸੇ ਵੀ ਦੇਸ਼ ਨੇ ਬਾਹਰੋਂ ਖਰੀਦਣੀ ਹੈ, ਉਹਨੂੰ ਚਾਹੀਦੇ ਇਦਾਂ ਦੀ ਕੋਈ ਕਰੰਸੀ ਜਿਹੜੀ ਪੂਰੀ ਦੁਨੀਆ ਲੈਂਦੀ ਹੋਵੇ। ਉਹ ਕਿਹੜੀ ਕਰੰਸੀ ਹੈ, ਜਿਵੇਂ ਤੁਹਾਡਾ ਡਾਲਰ ਹੋ ਗਿਆ, ਠੀਕ ਹੈ, ਡਾਲਰ ਤੁਹਾਡੇ ਲੈਣਗੇ ਤੇ ਉਸੇ ਨਾਲ, ਮਤਲਬ ਕਿਸ ਤਰੀਕੇ ਨਾਲ ਡਾਲਰ ਦੀ ਪਹਿਲਾਂ ਆਪਾਂ ਨੂੰ ਕਮਾਈ ਵਧਾਉਣੀ ਪੈਣੀ ਹੈ, ਉਸੇ ਡਾਲਰ ਨੂੰ ਆਪਾਂ ਯੂਜ਼ ਕਰਕੇ ਬਾਹਰੋਂ ਕੁਝ ਖਰੀਦਾਂਗੇ। ਦੇਖੋ ਤੁਹਾਡੇ ਜਿਹੜਾ ਸ਼੍ਰੀਲੰਕਾ ਹੈ ਨਾ, 2019 ਤੱਕ ਸ਼੍ਰੀਲੰਕਾ ਆਪਣਾ ਕਿਸ ਤਰੀਕੇ ਨਾਲ ਖਰਚਾ ਚਲਾ ਰਿਹਾ ਸੀ, ਕਿਉਂਕਿ ਤੁਹਾਡੇ ਸੈਰ ਸਪਾਟੇ ਥੇ ਜਿਹੜੇ ਤੁਹਾਡੇ ਟੂਰਿਸਟ ਹੈ ਉਹ ਸ਼੍ਰੀਲੰਕਾ 'ਚ ਆਉਂਦੇ ਰਹਿੰਦੇ ਸੀ। ਹੁਣ ਜੇ ਸ਼੍ਰੀਲੰਕਾ 'ਚ ਕੋਈ ਟੂਰਿਸਟ ਆਊਗਾ, ਹੁਣ ਦੇਖੋ ਸ਼੍ਰੀਲੰਕਾ ਦੇ ਅੰਦਰ ਜਿਹੜੀ ਕਰੰਸੀ ਚੱਲਦੀ ਹੋਏਗਾ ਸ਼੍ਰੀਲੰਕਨ ਰੁਪੀ, ਉੱਥੇ ਵੀ ਰੁਪੀ ਹੈ, ਆਪਣਾ ਰੁਪਇਆ ਹੀ ਹੈ ਉੱਥੇ, ਪਰ ਉਹ ਸ਼੍ਰੀਲੰਕਨ ਰੁਪੀ ਹੈ, ਠੀਕ ਹੈ, ਕਹਿੰਦੇ ਉਹਨੂੰ ਰੁਪਇਆ ਹੀ ਹੈ। ਜਿਹੜਾ ਉੱਥੇ ਰੁਪੀ ਹੈ, ਹੁਣ ਜਿਹੜੇ ਵੀ ਬਾਹਰੋਂ ਟੂਰਿਸਟ ਨੇ ਆਣਾ ਹੈ, ਹੁਣ ਆਪਾਂ ਕਿਸੇ ਵੀ ਦੇਸ਼ ਨੂੰ ਘੁੰਮਣ ਜਾਣਾ ਹੈ, ਆਪਾਂ ਨੂੰ ਉਹਨਾਂ ਦੀ ਕਰੰਸੀ ਲੈ ਕੇ ਜਾਣੀ ਪੈਂਦੀ ਹੈ। ਹੁਣ ਹੁੰਦਾ ਕੀ ਹੈ ਕਿ ਲੈਟਸ ਸਪੋਜ਼ ਤੁਸੀਂ ਇੰਡੀਆ ਦੇ ਰੁਪੀ ਤੋਂ ਸ਼੍ਰੀਲੰਕਾ ਤੁਸੀਂ ਘੁੰਮਣ ਜਾਣਾ, ਉਹਨਾਂ ਦੀ ਰੁਪੀ ਜਾਣਾ, ਤੁਸੀਂ ਕਿਸੇ ਵੀ ਬੈਂਕ ਜਾਓਗੇ, ਕਿਤੇ ਵੀ ਜਾਓਗੇ, ਜਿਹੜਾ ਹੈਡ ਆਫਿਸ ਹੈ ਇੱਥੇ ਜਿੱਥੇ ਵੀ ਮਿਲੂਗੀ ਸ਼੍ਰੀਲੰਕਾ ਦੀ, ਹਰ ਜਗ੍ਹਾ ਮੈਨੂੰ ਮਿਲਣ ਵਾਲੀ, ਉਹਨਾਂ ਕੋਲੇ ਜਾਓਗੇ, ਤੁਸੀਂ ਕਹੋਗੇ ਕਿ ਮੈਨੂੰ ਕਰੰਸੀ ਦੇ ਦਿਓ, ਤਾਂ ਤੁਸੀਂ ਆਪਣੇ ਰੁਪਏ ਦੋਗੇ, ਉਹਦੇ ਬਦਲੇ ਤੁਹਾਡੇ ਉਹ ਰੁਪੀ ਦੇ ਦੇਣਗੇ ਸ਼੍ਰੀਲੰਕਾ ਦੇ। ਹੁਣ ਜਿਹੜਾ ਬੈਂਕ ਆ, ਬੈਂਕ ਕੋਲੇ ਰੁਪੀ ਕਿੱਥੋਂ ਆ ਗਿਆ ਸ਼੍ਰੀਲੰਕਾ ਦਾ, ਕਿਉਂਕਿ ਉਹ ਤਾਂ ਸ਼੍ਰੀਲੰਕਾ ਦੇ ਅੰਦਰ ਹੋਊਗਾ। ਬੇਸਿਕਲੀ ਹੋਇਆ ਕੀ ਹੋਊਗਾ, ਜਿਹੜਾ ਆਰਬੀਆਈ ਹੈ, ਆਰਬੀਆਈ ਨੇ ਸ਼੍ਰੀਲੰਕਾ ਦੀ ਸਰਕਾਰ ਨੂੰ ਡਾਲਰ 'ਚ ਦਿੱਤੇ ਹੋਣੇ ਆ ਪੈਸੇ, ਡਾਲਰ ਦੇ ਬਦਲੇ ਉਹਨਾਂ ਤੋਂ ਉਹਨਾਂ ਦੇ ਰੁਪੀ ਖਰੀਦਦੇ ਹੋਣੇ ਆ, ਤਾਂ ਕਿ ਉਹ ਆਪਣੇ ਸਿਟੀਜ਼ਨ ਨੂੰ ਦੇ ਸਕਣ, ਠੀਕ ਹੈ। ਇਸੇ ਨਾਲ ਹੁਣ ਕਿਉਂਕਿ ਟੂਰਿਸਟ ਜਾ ਕੇ ਉੱਥੇ ਜਿਹੜਾ ਖਰਚਾ ਕਰੂਗਾ, ਸ਼੍ਰੀਲੰਕਾ ਦੀ ਸਰਕਾਰ ਨੂੰ ਤਾਂ ਕਮਾਈ ਡਾਲਰ 'ਚ ਹੀ ਹੋ ਰਹੀ ਹੈ ਪਿੱਛੋਂ, ਤਾਂ ਸ਼੍ਰੀਲੰਕਾ ਇਸ ਤਰੀਕੇ ਨਾਲ ਆਪਣਾ ਬਜਟ ਚਲਾਉਂਦਾ ਰਹਿੰਦਾ ਸੀ। ਪਰ ਹੋਇਆ ਕੀ ਹੈ, ਹੁਣ ਜਦ ਦਾ ਤੁਹਾਡਾ ਕੋਵਿਡ ਆ ਗਿਆ, ਠੀਕ ਹੈ, ਕਰੋਨਾ ਵਾਇਰਸ ਜਦੋਂ ਦਾ ਫੈਲਿਆ, ਟੂਰਿਸਟ ਆਣੇ ਬੰਦ ਹੋ ਗਏ, ਟੂਰਿਸਟ ਆਣੇ ਬੰਦ ਹੋ ਗਏ, ਪਰ ਆਹ ਜਿਹੜਾ ਨਾ ਤੇਲ ਦਾ ਖਰਚਾ ਘਟਿਆ, ਨਾ ਲੋਕਾਂ ਨੂੰ ਖਾਣਾ ਤਾਂ ਚਾਹੀਦਾ ਹੀ ਹੈ। ਹੁਣ ਉੱਥੇ ਲੋਕੀ ਜਿੰਨਾ ਖਰਚਾ ਕਰ ਰਹੇ ਆ, ਸਰਕਾਰ ਕੋਲੇ ਕਮਾਈ ਹੀ ਨਹੀਂ ਹੈਗੀ ਕਿ ਬਾਹਰੋਂ ਦੀ ਸਮਾਨ ਮੰਗਾ ਸਕੇ। ਤੇ ਇਸ ਕਾਰਨ ਤੁਹਾਡੀ ਸ਼੍ਰੀਲੰਕਾ ਦੀ ਸਰਕਾਰ ਉੱਤੇ ਬਹੁਤ ਵੱਡੀ ਮੁਸੀਬਤ ਆ ਕੇ ਖੜੀ ਹੋਈ ਹੈ ਕਿ ਉਹਨਾਂ ਦੇ ਆਹ ਜਿਹੜੇ ਰਿਜ਼ਰਵ ਆ, ਜਿਹੜਾ ਆਹ ਤੁਹਾਡੇ ਡਾਲਰ ਦਾ ਰਿਜ਼ਰਵ ਰੱਖਿਆ ਹੋਇਆ ਸੀ, ਇਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ, ਠੀਕ ਹੈ। ਜਿਹੜੇ
ਮੌਜੂਦਾ ਹਾਲਾਤ ਹੈ 2021 ਦੇ ਜੁਲਾਈ ਵਿੱਚ ਉਹਨਾਂ ਕੋਲੇ ਸਿਰਫ 2.8 ਬਿਲੀਅਨ ਹੀ ਰਹਿ ਗਏ ਆ ਫੋਰਨ ਰਿਜ਼ਰਵ ਚ। ਜਿਹੜੇ ਡਾਲਰ ਹੈ ਉਹਨਾਂ ਕੋਲੇ ਸਿਰਫ ਇੰਨੇ ਡਾਲਰ ਹੀ ਰਹਿ ਗਏ ਰਿਜ਼ਰਵ ਵਿੱਚ, 2.8 ਬਿਲੀਅਨ। ਠੀਕ ਹੈ, ਬਹੁਤ ਹੀ ਘੱਟ ਹੁੰਦੇ। ਇੰਡੀਆ ਦੇ ਕੰਪੈਰੀਜ਼ਨ ਵਿੱਚ ਦੇਖੋਗੇ ਇੰਡੀਆ ਕੋਲੇ 650 ਬਿਲੀਅਨ ਹੈ। ਤੇ ਇਹ ਫਰਕ ਦੇਖੋ। ਤੇ ਚੀਨ ਨੂੰ ਦੇਖੋਗੇ ਉਹਨਾਂ ਕੋਲੇ 3 ਟ੍ਰਿਲੀਅਨ ਹੈ। ਤਾਂ ਇਹ ਦੇਸ਼ ਦੇ ਅੱਗੇ ਮਤਲਬ 2.8 ਟ੍ਰਿਲੀਅਨ ਬਹੁਤ ਹੀ ਘੱਟ ਹੁੰਦੇ ਆ। ਤਾਂ ਇੱਕ ਤੁਹਾਡੇ ਹਾਲਾਤ ਬਣ ਰਹੇ ਹੈ ਕਿ ਤੁਹਾਡੇ ਸ਼੍ਰੀਲੰਕਾ ਇਹ ਨਾ ਹੋਵੇ ਕਿ ਬੈਂਕ ਕਰਪਟ ਹੋ ਜਾਏ, ਕੰਗਾਲ ਉਹਨੂੰ ਡਿਕਲੇਅਰ ਕਰ ਦਿੱਤਾ ਜਾਵੇ। ਜੇ ਉਹ ਕੰਗਾਲ ਹੋ ਗਿਆ ਨਾ, ਉਹ ਦੇਸ਼ ਬਰਬਾਦ ਹੋ ਜਾਊਗਾ, ਕਿਉਂਕਿ ਅੰਦਰ ਸਾਰੇ ਵਪਾਰ ਸਭ ਕੁਝ। ਦੇਸ਼ ਕੰਗਾਲ ਕਿਸ ਸੈਂਸ ਵਿੱਚ ਹੁੰਦਾ ਕਿ ਜਿਹੜੀ ਉਹਦੀ ਕਰੰਸੀ ਹੈ ਨਾ, ਜਿਹੜਾ ਹੁਣ ਸ਼੍ਰੀਲੰਕਾ ਰੁਪੀ ਹੈ, ਉਹਨੂੰ ਸਾਰੇ ਮੰਨਣਾ ਬੰਦ ਕਰ ਦੇਣਗੇ। ਉਹਦੇ ਆਪਣੇ ਖੁਦ ਦੇ ਨਾਗਰਿਕ ਵੀ ਮੰਨਣਾ ਬੰਦ ਕਰ ਦੇਣਗੇ। ਜੇ ਉਹਨੂੰ ਮੰਨਣਾ ਬੰਦ ਕਰਤਾ, ਸ਼੍ਰੀਲੰਕਾ ਬਰਬਾਦ ਹੋ ਜਾਊਗਾ। ਠੀਕ ਹੈ, ਤੇ ਇੱਥੋਂ ਦੀ ਇਹ ਸਾਰਾ ਅੱਜ ਦਾ ਕਰੰਟ ਅਫੇਅਰ ਸੀ। ਕਿਸੇ ਨੂੰ ਕਿਸੇ ਵੀ ਕਰੰਟ ਅਫੇਅਰ ਚ ਡਾਊਟ ਹੋਵੇ? ਨਹੀਂ, ਇਹ ਸੀਗਾ ਅੱਜ ਦੇ